ਸਤਿ ਸ਼੍ਰੀ ਅਕਾਲ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਇੱਕ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਓਨਟਾਰੀਓ ਦੇ ਕਾਲਜ ਨੇ ਸਤੰਬਰ ਸੈਸ਼ਨ ਲਈ ਵਿਦਿਆਰਥੀ ਲੈਣ ਤੋਂ ਕੀਤਾ ਇਨਕਾਰ। ਜ਼ਿਆਦਾਤਰ ਵਿਦਿਆਰਥੀ ਪੰਜਾਬ ਦੇ। ਸਿੱਖ ਜਥੇਬੰਦੀਆਂ ਨੇ ਓਨਟਾਰੀਓ ਦੇ ਕਾਲਜ ਅਤੇ ਯੂਨੀਵਰਸਿਟੀਜ਼ ਮੰਤਰੀ ਜੇਨ ਡਨਲੈਪ ਨੂੰ ਲਿਖਿਆ ਪੱਤਰ। ਰੈਜ਼ੀਡੈਂਸ਼ੀਅਲ ਸਕੂਲਾਂ ਦੇ ਨਜ਼ਦੀਕ ਮੂਲ ਨਿਵਾਸੀ ਬੱਚਿਆਂ ਦੀਆਂ ਬੇਨਿਸ਼ਾਨ ਕਬਰਾਂ ਦੀ ਭਾਲ 'ਚ ਫੋਰੈਂਸਿਕ ਮਾਨਵ ਵਿਗਿਆਨ ਸਮੂਹ ਨੇ ਮਦਦ ਦਾ ਹੱਥ ਵਧਾਇਆ। ਗੁਆਟੇਮਾਲਨ ਫੋਰੈਂਸਿਕ ਐਂਥਰੋਪੋਲੋਜੀ ਫਾਊਂਡੇਸ਼ਨ ਕਰੀਬ 30 ਸਾਲ ਤੋਂ ਲਾਪਤਾ ਮਾਇਆ ਮੂਲ ਨਿਵਾਸੀਆਂ ਦੇ ਅਵਸ਼ੇਸ਼ ਲੱਭਣ ਦਾ ਕਰ ਰਹੇ ਨੇ ਕਾਰਜ। ਮਲੋਟ ਸ਼ਹਿਰ ਦੇ ਨੌਜਵਾਨ ਮਨਮੀਤ ਸਿੰਘ ਦੀ ਕੈਨੇਡਾ 'ਚ ਮੌਤ। 1.5 ਸਾਲ ਪਹਿਲਾਂ ਵਰਕ ਪਰਮਿਟ ਤੇ ਆਇਆ ਸੀ ਕੈਨੇਡਾ। ਵਾਰਸਾਂ ਨੇ ਮ੍ਰਿਤਕ ਦੇਹ ਨੂੰ ਭਾਰਤ ਪਹੁੰਚਾਉਣ ਲਈ ਲਾਈ ਮਦਦ ਦੀ ਗੁਹਾਰ। ਕੋਵਿਡ-19 ਦਾ ਨਵਾਂ ਵੇਰੀਐਂਟ EG5 ਆਇਆ ਸਾਹਮਣੇ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ EG5 ਨੂੰ ਆਪਣੀ ਤਾਜ਼ਾ ਸਰਕੂਲੇਟ ਹੋ ਰਿਹਾ ਵੇਰੀਐਂਟ ਦੀ ਲਿਸਟ 'ਚ ਕੀਤਾ ਸ਼ਾਮਲ। ਕੈਨੇਡਾ 'ਚ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਸਤੰਬਰ 'ਚ ਸ਼ੁਰੂ ਹੋਏ ਸੈਸ਼ਨ 'ਚ ਸ਼ਾਮਲ ਹੋਣ ਤੋਂ ਅਚਾਨਕ ਰੋਕ ਦਿੱਤਾ ਗਿਆ। ਓਨਟਾਰੀਓ ਦੇ ਉੱਤਰੀ ਕਾਲਜ ਨੇ ਸਤੰਬਰ ਸੈਸ਼ਨ ਲਈ ਵਿਦਿਆਰਥੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਜ਼ਿਆਦਾਤਰ ਵਿਦਿਆਰਥੀ ਪੰਜਾਬ ਦੇ ਨੇ। ਕੁਝ ਸਿੱਖ ਜਥੇਬੰਦੀਆਂ ਵੱਲੋਂ ਵੀ ਇਹ ਮੁੱਦਾ ਉਠਾਇਆ ਗਿਆ ਤੇ ਵਿਦਿਆਰਥੀਆਂ ਦੇ ਮਾਪੇ ਵੀ ਕਾਲਜ ਨੂੰ ਈਮੇਲ ਕਰਕੇ ਸਤੰਬਰ 'ਚ ਹੀ ਪੜ੍ਹਾਈ ਸ਼ੁਰੂ ਕਰਨ ਲਈ ਕਹਿ ਰਹੇ ਨੇ। ਇਸ ਮਾਮਲੇ 'ਚ ਓਨਟਾਰੀਓ ਕਾਲਜ ਅਤੇ ਯੂਨੀਵਰਸਿਟੀਜ਼ ਮੰਤਰੀ ਜੇਨ ਡਨਲੌਪ ਨੂੰ ਵੀ ਪੱਤਰ ਲਿਖਿਆ ਗਿਆ ਹੈ। ਕੈਨੇਡਾ 'ਚ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਸਤੰਬਰ 'ਚ ਸ਼ੁਰੂ ਹੋਏ ਸੈਸ਼ਨ 'ਚ ਸ਼ਾਮਲ ਹੋਣ ਤੋਂ ਅਚਾਨਕ ਰੋਕ ਦਿੱਤਾ ਗਿਆ। ਇਸ ਕਾਰਨ ਅਗਸਤ ਅਤੇ ਸਤੰਬਰ 'ਚ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ ਹੈ। ਮੁੱਖ ਤੌਰ ਤੇ ਓਨਟਾਰੀਓ ਦੇ ਉੱਤਰੀ ਕਾਲਜ ਨੇ ਸਤੰਬਰ ਸੈਸ਼ਨ ਲਈ ਵਿਦਿਆਰਥੀ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਜ਼ਿਆਦਾਤਰ ਵਿਦਿਆਰਥੀ ਪੰਜਾਬ ਦੇ ਨੇ। ਦੱਸ ਦਈਏ ਕਿ ਕਰੀਬ 3000 ਪੰਜਾਬੀ ਵਿਦਿਆਰਥੀਆਂ ਨੇ ਕੈਨੇਡਾ ਜਾਣ ਲਈ ਪੂਰੀ ਤਿਆਰੀ ਕਰ ਲਈ ਸੀ ਤੇ ਕੈਨੇਡਾ ਜਾਣ ਲਈ ਇੱਕ ਪਾਸੇ ਦੀਆਂ ਹਵਾਈ ਟਿਕਟਾਂ ਵੀ ਖਰੀਦ ਲਈਆਂ ਸਨ ਜੋ ਹੁਣ ਰਿਫੰਡ ਵੀ ਨਹੀਂ ਹੋ ਸਕਦੀਆਂ। ਇਹ ਮਾਮਲਾ ਕੈਨੇਡਾ ਦੀਆਂ ਕੁਝ ਸਿੱਖ ਜਥੇਬੰਦੀਆਂ ਵੱਲੋਂ ਵੀ ਉਠਾਇਆ ਗਿਆ ਤੇ ਵਿਦਿਆਰਥੀਆਂ ਦੇ ਮਾਪੇ ਵੀ ਕਾਲਜ ਨੂੰ ਈਮੇਲ ਕਰਕੇ ਸਤੰਬਰ 'ਚ ਹੀ ਪੜ੍ਹਾਈ ਸ਼ੁਰੂ ਕਰਨ ਲਈ ਕਹਿ ਰਹੇ ਨੇ। ਇਸ ਮਾਮਲੇ 'ਚ ਓਨਟਾਰੀਓ ਕਾਲਜ ਅਤੇ ਯੂਨੀਵਰਸਿਟੀਜ਼ ਮੰਤਰੀ ਜੇਨ ਡਨਲੈਪ ਨੂੰ ਵੀ ਪੱਤਰ ਲਿਖਿਆ ਗਿਆ ਹੈ। ਵਿਦਿਆਰਥੀਆਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਕੈਨੇਡਾ ਦੀ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਨਾਰਦਰਨ ਕਾਲਜ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਅਚਾਨਕ ਸੈਂਕੜੇ ਵਿਦਿਆਰਥੀਆਂ ਦੇ ਦਾਖਲੇ ਵਾਪਸ ਲੈਣ ਦਾ ਫੈਸਲਾ ਸਹੀ ਨਹੀਂ ਹੈ। ਵਿਦਿਆਰਥੀਆਂ ਨੂੰ ਅਗਸਤ ਦੇ ਸ਼ੁਰੂ 'ਚ ਦਾਖਲਾ ਰੱਦ ਕਰਨ ਲਈ ਈਮੇਲ ਮਿਲਣੇ ਸ਼ੁਰੂ ਹੋ ਗਏ ਸਨ, ਭਾਵੇਂ ਕਿ ਉਹਨਾਂ ਨੇ ਅਗਸਤ ਦੀਆਂ ਤਰੀਕਾਂ ਲਈ ਮਹਿੰਗੀਆਂ ਹਵਾਈ ਟਿਕਟਾਂ ਖਰੀਦੀਆਂ ਸਨ। ਇੱਕ ਤਰਫਾ ਗੈਰ ਰਿਫੰਡੇਬਲ ਟਿਕਟਾਂ ਹੋਣ ਕਰਕੇ ਉਹ ਉਹਨਾਂ ਨੂੰ ਰਿਫੰਡ ਜਾਂ ਰੱਦ ਨਹੀਂ ਕਰਵਾ ਸਕਦੇ। ਇਸ ਤੋਂ ਇਲਾਵਾ ਇਹਨਾਂ ਵਿਦਿਆਰਥੀਆਂ ਨੇ ਕੈਨੇਡਾ 'ਚ ਰਹਿਣ ਦਾ ਕਿਰਾਇਆ ਵੀ ਅਦਾ ਕੀਤਾ ਹੈ। ਕਾਲਜ ਤੋਂ ਰਿਫੰਡ ਵੀ ਕੁਝ ਕਟੌਤੀ ਤੋਂ ਬਾਅਦ ਹੀ ਮਿਲੇਗਾ। ਅਗਲੇ ਸੈਸ਼ਨ ਲਈ ਜਨਵਰੀ ਵਿੱਚ ਮੈਡੀਕਲ ਜਾਂਚ ਅਤੇ ਆਇਲਸ ਦੁਬਾਰਾ ਕਰਵਾਉਣੀ ਪੈ ਸਕਦੀ ਹੈ। ਇਸ ਤੇ ਫਿਰ ਹਜ਼ਾਰਾਂ ਰੁਪਏ ਦਾ ਖਰਚਾ ਆਵੇਗਾ। ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਨਜ਼ਦੀਕ ਮੂਲ ਨਿਵਾਸੀ ਬੱਚਿਆਂ ਦੀਆਂ ਬੇਨਿਸ਼ਾਨ ਕਬਰਾਂ ਦੀ ਭਾਲ ਕਰ ਰਹੇ ਭਾਈਚਾਰਿਆਂ ਲਈ ਗੁਆਟੇਮਾਲਾ ਦੇ ਇੱਕ ਫੋਰੈਂਸਿਕ ਮਾਨਵ ਵਿਗਿਆਨ ਸਮੂਹ ਨੇ ਮਦਦ ਦਾ ਹੱਥ ਵਧਾਇਆ ਹੈ। ਗੁਆਟੇਮਾਲਨ ਫੋਰੈਂਸਿਕ ਐਂਥਰੋਪੋਲੋਜੀ ਫਾਊਂਡੇਸ਼ਨ ਦੇ ਮੈਂਬਰ ਫਰੈਡੀ ਪੈਕੇਰੈਲੀ ਕਰੀਬ 30 ਸਾਲ ਤੋਂ ਲਾਪਤਾ ਮਾਇਆ ਮੂਲ ਨਿਵਾਸੀਆਂ ਦੇ ਅਵਸ਼ੇਸ਼ ਲੱਭਣ ਦਾ ਕਾਰਜ ਕਰ ਰਹੇ ਨੇ। ਸਾਲ 2021 ਚ BC ਦੇ ਕੈਮਲੂਪਸ 'ਚ ਸਥਿਤ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਦੇ ਵਿਹੜੇ 'ਚੋਂ 215 ਬੇਨਿਸ਼ਾਨ ਕਬਰਾਂ ਮਿਲਣ ਤੋਂ ਬਾਅਦ ਇਹ ਮਾਮਲਾ ਸਰਗਰਮ ਚਰਚਾ 'ਚ ਆ ਗਿਆ ਸੀ ਤੇ ਪੂਰੀ ਦੁਨੀਆ 'ਚ ਇਹ ਖਬਰ ਸੁਰਖੀਆਂ 'ਚ ਰਹੀ ਸੀ। ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਨਜ਼ਦੀਕ ਮੂਲ ਨਿਵਾਸੀ ਬੱਚਿਆਂ ਦੀਆਂ ਬੇਨਿਸ਼ਾਨ ਕਬਰਾਂ ਦੀ ਭਾਲ ਕਰ ਰਹੇ ਭਾਈਚਾਰਿਆਂ ਲਈ ਗੁਆਟੇਮਾਲਾ ਦੀ ਇੱਕ ਫੋਰੈਂਸਿਕ ਮਾਨਵ ਵਿਗਿਆਨ ਸਮੂਹ ਨੇ ਮਦਦ ਦਾ ਹੱਥ ਵਧਾਇਆ ਹੈ। ਗੁਆਟੇਮਾਲਨ ਫੋਰੈਂਸਿਕ ਐਂਥਰੋਪੋਲੋਜੀ ਫਾਊਂਡੇਸ਼ਨ ਦੇ ਮੈਂਬਰ ਫਰੈਡੀ ਪੈਕੇਰੈਲੀ ਕਰੀਬ 30 ਸਾਲ ਤੋਂ ਲਾਪਤਾ ਮਾਇਆ ਮੂਲ ਨਿਵਾਸੀਆਂ ਦੇ ਅਵਸ਼ੇਸ਼ ਲੱਭਣ ਦਾ ਕਾਰਜ ਕਰ ਰਹੇ ਨੇ। ਗੁਆਟੇਮਾਲਾ 'ਚ 36 ਸਾਲ ਚੱਲੇ ਗ੍ਰਹਿ ਯੁੱਧ 'ਚ ਵੱਡੀ ਗਿਣਤੀ 'ਚ ਮਾਇਆ ਮੂਲ ਨਿਵਾਸੀ ਕਤਲ ਕਰ ਦਿੱਤੇ ਗਏ ਸਨ। ਇਹ ਗ੍ਰਹਿ ਯੁੱਧ 1996 'ਚ ਸਮਾਪਤ ਹੋਇਆ ਸੀ। ਫਰੈਡੀ ਦਾ ਕਹਿਣਾ ਹੈ ਕਿ ਉਹ ਉਹਨਾਂ ਮੂਲ ਨਿਵਾਸੀ ਲੋਕਾਂ ਦੀ ਤਕਲੀਫ ਚੰਗੀ ਤਰ੍ਹਾਂ ਸਮਝ ਸਕਦਾ ਹੈ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰ ਗੁਆਏ ਨੇ। ਉਸਨੇ ਦੱਸਿਆ ਕਿ ਉਹਨਾਂ ਦੇ ਗਰੁੱਪ ਵੱਲੋਂ ਮੂਲ ਨਿਵਾਸੀ ਲੋਕਾਂ ਦੀ ਅਗਵਾਈ 'ਚ ਕੀਤੀ ਖੁਦਾਈ 'ਚ ਹਰ ਸਾਲ ਔਸਤਨ 125 ਅਵਸ਼ੇਸ਼ਾਂ ਦੀ ਪਛਾਣ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਜਾਂਦਾ ਹੈ। ਸੰਸਥਾ ਗੁਆਟੇਮਾਲਾ 'ਚ ਹੁਣ ਤੱਕ 8000 ਤੋਂ ਵੱਧ ਅਵਸ਼ੇਸ਼ ਬਰਾਮਦ ਕਰ ਚੁੱਕੀ ਹੈ, ਜਿਨ੍ਹਾਂ ਵਿੱਚੋਂ 3800 ਦੀ ਪਛਾਣ ਕੀਤੀ ਜਾ ਚੁੱਕੀ ਹੈ। ਸੈਨੇਟ ਦੇ ਮੂਲ ਨਿਵਾਸੀ ਲੋਕਾਂ ਸੰਬੰਧੀ ਕਮੇਟੀ ਦੀ ਇੱਕ ਤਾਜ਼ਾ ਰਿਪੋਰਟ 'ਚ ਮਰੇ ਦੇ ਹਵਾਲੇ ਨਾਲ ਰੈਜ਼ੀਡੈਂਸ਼ੀਅਲ ਸਕੂਲ ਖੋਜਾਂ ਬਾਬਤ ਫੈਡਰਲ ਸਰਕਾਰ ਦੇ ਪ੍ਰਬੰਧਨ ਨੂੰ ਲੈ ਕੇ
चिंता प्रगट की गई है। इस साल के शुरू च फैडरल सरकार ने इंटरनैशनल कमिशन ऑन मिसिंग परसनस नाल एक तकनीकी समझौते ते दस्तखत किए सन। हेग च आधारित यह संगठन हथियारबंद टकराਅ, मनुखी अधिकारां की उलंघना ते आफतां कारण लापता हुए लोगों को लभण लई काम करदा है। इस संगठन का काम मूल निवासी भाईचारिਆਂ नाल लापता हुए बच्चों की पछाण करन ते उन्हां नूं वापस भेजण लई मौजूद विकल्पां बारे मशवरा करना सी। पर मरे ने कहा कि फैडरल सरकार ने इस बारे पहला मूल निवासी संगठनां ते सलाहकार संस्थावां नाल गल नहीं कीती जो लापता हुए बच्चों ते सर्वाइवर्स नाल काम कर रही ने। उन्होंने कहा कि उन्होंने नहीं लगता कि उक्त अंतरराष्ट्रीय ग्रुप कोल कैनेडा के मूल निवासी भाईचारिਆਂ नाल गलबात करन लई सभ्याचारक योग्यता या तजर्बा मौजूद है। सस्कैचवन के एक वकील डोनाल्ड वॉम जो कि कावाकाटेज फर्स्ट नेशन मूल निवासी ने ग्वाटेमाला के फॉरेंसिक समूह नूं खोज कार्यां 'च शामिल करन दे हमायती ने। एक हालिया इंटरव्यू च उन्होंने दस्सिया सी कि कैमलूप्स च 215 अवशेष मिलण तो बाद उन्होंने संचार प्रबंधन ते कानूनी गतिविधियां की सलाह लई शामिल किया गया सी। डोनाल्ड ने भी सैनट की रिपोर्ट वाली गल की तस्दीक करदिआं कहा कि इस पवित्र अते जिम्मेवारी वाले काम नूं दूसरिਆਂ ते नहीं छड्डिया जा सकता। कैनेडा च बेनिशान कबरां दे खोज कार्य जारी ने। पिछले महीने विनीपैग के उत्तर पच्छम च स्थित एक फर्स्ट नेशन मैनेगोजिबो अनीशनाबे के मैंबरां ने साबका पाइन क्रीक रेजिडेंशियल स्कूल के मैदान की खोज करन लई ब्रैडन यूनीवर्सिटी के पुरातत्व शास्त्रियों और विग्यानियों नाल काम करना शुरू किया सी। मन्निया जाता है कि मिनेगोजिबो एनीशनाबो कैनेडा च इस तरह खोज शुरू करने वाले पहले मूल निवासी भाईचारिਆਂ चों एक ने। क्यूबिक के 10 लोड़ींदे अपराधियों की सूची च शामिल भारती मूल के पार्थ सारथी कपूर नूं कैनेडियन पुलिस ने गिरफ्तार कर लिया है। पार्थ सारथी ते यह दोष सन कि उसने साल 1998 तो 2003 विचाले मॉन्ट्रियल के कोटे डेस निगेस जिले च स्थित अपने घर च कई लड़कियां का जिनसी शोषण किया जिन्हां दी उम्र 7 तो 14 साल विचाले सी। इस संबंधी मॉन्ट्रियल पुलिस ने एक बयान भी जारी किया, दस्सिया कि साल 1998 तो 2003 विचाले पार्थ सारथी ने अपने घर च कई लड़कियां का जिनसी शोषण किया। इस मगरों वो फरार हो गया तो संभावी तौर पर अमरीका चला गया। जनवरी 2020 च जदों वो भारत वापस भज्जण की कोशिश कर रहा सी तो उसनूं अमरीकी अधिकारी वालों न्यूयॉर्क हवाई अड्डे तो गिरफ्तार कर लिया गया। इस मगरों उसने अपना गुनाह कबूल कर लिया तो अमरीका च कीते जिनसी अपराधां लई उसनूं 97 महीनों की सज़ा सुनाई गई। मॉन्ट्रियल पुलिस का कहना है कि कैनेडियन और अमरीकी अधिकारियों विचाले हुए समझौते के नतीजे वजों पार्थ सारथी नूं कैनेडा अमरीका सरहद ते लिआंदा गया, जिथों के बीते 4 अगस्त उसनूं अधिकारत तौर पर गिरफ्तार कर लिया गया। इस मगरों उसनूं 5 अगस्त नूं अदालत च पेश किया गया, जिथे उसनूं जिनसी शोषण सने कई दोषों का सामना करना पिया। मॉन्ट्रियल पुलिस का कहना है कि अगली पेशी तक वो पुलिस हिरासत च ही रहेगा। जिला श्री मुक्तसर साहब के मलोट शहर के वसनीक नौजवान मनमीत सिंह की कैनेडा च मौत हो गई। मनमीत सिंह 1.5 साल पहला घर के आर्थिक हालात और अपने सुनहरी भविख लई कैनेडा वर्क परमिट से गया, पर अचानक उसकी मौत की खबर कारण घर च सोग की लहर पसर गई। वारसा ने इकली भैन के इकलौते भरा की मृतक देह नूं भारत पहुँचाउण लई लोकां अते कैनेडा रहिंदे उसके नज़दीकियां नूं मदद की गुहार लाई है। कोविड-19 का नवा वेरीएंट सामने आया है। इस नाल सारिਆਂ ਨੂੰ ਇਹ चेते रखने की लोड़ है कि कोरोना वायरस खुद अपने आप च बदलाव लिया सकता है तो दुनिया भर च फैल सकता है, जिस नाल वड्डी मात्रा च आबादी प्रभावित हो सकती है। इस वेरीएंट नूं EG5 का नाम दिता गया है। ये ओमिक्रॉन का वंशज है। वर्ल्ड हेल्थ ऑर्गेनाइजेशन ने EG5 नूं अपनी ताज़ा सर्कुलेट हो रहे वेरीएंट्स की लिस्ट च शामिल कर लिया है तो 19 जुलाई तो इस उत्ते नज़र रखी जा रही है। हुण तक इस वेरीएंट के मामले यूनाइटेड किंगडम, अमरीका ते कई होरनां थावां ते वेखण नूं मिले ने। ताज़ा डाटा अनुसार यूके च दर्ज किए जाने वाले कोविड-19 के मामलों विचों 7 चों 1 मामला इस वेरीएंट का है। यूके हेल्थ सिक्योरिटी एजेंसी के ताज़ा डाटा अनुसार EG5 के कुल मामले 14.6% बनते हैं। इस दौरान यूनीवर्सिटी हेल्थ नैटवर्क टोरंटो विखे इन्फैक्शियस डिजीज़ स्पैशलिस्ट डॉक्टर इसाक बोगोच का कहना है कि इस हिसाब नाल तां EG5 के मामले कैनेडा विच भी जल्द ही मिलन लगणगे। ये सारे किते ही वेखण नूं मिल रहा है। जे अजिहा है तो इसके फैलण विच भी देर नहीं लगेगी। एतवार नूं वसागा बीच उत्ते 2 निजी वाटरक्राफ्ट की हुई टक्कर च एक व्यक्ति की मौत हो गई, जबकि एक होर जख्मी हो गया। इस मामले की जांच ओंटारियो प्रोविंशियल पुलिस की
ਹੁਰੋਨੀਆ ਵੈਸਟ ਡਿਵੀਜ਼ਨ ਵੱਲੋਂ ਕੀਤੀ ਜਾ ਰਹੀ ਹੈ। ਵਸਾਗਾ ਬੀਚ ਟਾਊਨ 'ਚ ਮੋਸਲੇ ਸਟਰੀਟ ਉੱਤੇ ਨਿੱਜੀ ਵਾਟਰਕ੍ਰਾਫਟ ਰੈਂਟਲ ਬਿਜ਼ਨਸ ਚਲਾਉਣ ਵਾਲੀ ਕੰਪਨੀ ਨੇ ਸ਼ਾਮੀ 6:15 ਤੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਇਸ ਹਾਦਸੇ 'ਚ ਸ਼ਾਮਲ 28 ਸਾਲਾ ਵਿਅਕਤੀ ਨੂੰ ਲੋਕਲ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮਾਮੂਲੀ ਜ਼ਖਮੀ ਹਾਲਤ 'ਚ ਇੱਕ ਹੋਰ ਵਿਅਕਤੀ ਨੂੰ ਵੀ ਹਸਪਤਾਲ ਲਿਜਾਇਆ ਗਿਆ। ਟਰਾਂਸਪੋਰਟ ਕੈਨੇਡਾ ਤੇ ਲੇਬਰ ਮੰਤਰਾਲੇ ਦੋਵਾਂ ਨੂੰ ਹੀ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ। ਸੈਂਟਰਲ ਰੀਜਨ ਟ੍ਰੈਫਿਕ ਇੰਸੀਡੈਂਟ ਮੈਨੇਜਮੈਂਟ ਐਨਫੋਰਸਮੈਂਟ ਟੀਮ ਵੀ ਮਾਮਲੇ ਦੀ ਜਾਂਚ ਲਈ ਮੌਕੇ ਤੇ ਮੌਜੂਦ ਸੀ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਔਸਤ ਆਮਦਨ ਕਮਾਉਣ ਵਾਲੇ ਕੈਨੇਡੀਅਨਾਂ ਨੂੰ ਦੇਸ਼ ਦੇ ਸ਼ਹਿਰੀ ਕੇਂਦਰ 'ਚ ਘਰ ਖਰੀਦਣ ਲਈ ਸੰਘਰਸ਼ ਕਰਨਾ ਪੈ ਸਕਦਾ ਹੈ, ਪਰ ਜ਼ੋਕਾਸਾ ਦੀ ਨਵੀਂ ਖੋਜ ਰੀਅਲ ਅਸਟੇਟ ਬਾਜ਼ਾਰਾਂ ਨੂੰ ਉਜਾਗਰ ਕਰ ਰਹੀ ਹੈ, ਜਿੱਥੇ ਘਰ ਪਹੁੰਚ ਦੇ ਅੰਦਰ ਨੇ। $79,000 ਤੇ ਐਟਲਾਂਟਿਕ ਕੈਨੇਡੀਅਨ ਸ਼ਹਿਰ 'ਚ ਦੂਜੇ ਸੂਚੀਬੱਧ ਬਾਜ਼ਾਰਾਂ ਦੇ ਮੁਕਾਬਲੇ ਔਸਤ ਆਮਦਨ ਘੱਟ ਸੀ, ਪਰ ਸੇਂਟ ਜੌਨ 'ਚ ਇੱਕ ਘਰ ਦੀ ਔਸਤ ਕੀਮਤ $2,91,000 ਦੇ ਰੂਪ 'ਚ ਸੂਚੀਬੱਧ ਕੀਤੀ ਗਈ ਸੀ। ਔਸਤਨ ਆਮਦਨ ਕਮਾਉਣ ਵਾਲਿਆਂ ਲਈ $3,65,165 ਦੀ ਵੱਧ ਤੋਂ ਵੱਧ ਘਰ ਦੀ ਕੀਮਤ ਥ੍ਰੈਸ਼ਹੋਲਡ ਤੋਂ ਬਹੁਤ ਔਸਤ ਆਮਦਨ ਵਧਾਉਣ ਵਾਲੇ ਕੈਨੇਡੀਅਨਾਂ ਨੂੰ ਦੇਸ਼ ਦੇ ਸ਼ਹਿਰੀ ਖੇਤਰਾਂ 'ਚ ਘਰ ਖਰੀਦਣ ਲਈ ਸੰਘਰਸ਼ ਕਰਨਾ ਪੈ ਸਕਦਾ ਹੈ, ਪਰ ਜ਼ੋਕਾਸਾ ਦੀ ਨਵੀਂ ਖੋਜ ਰੀਅਲ ਅਸਟੇਟ ਬਾਜ਼ਾਰਾਂ ਨੂੰ ਉਜਾਗਰ ਕਰ ਰਹੀ ਹੈ, ਜਿੱਥੇ ਘਰ ਪਹੁੰਚ ਦੇ ਅੰਦਰ ਨੇ। ਜ਼ੋਕਾਸਾ ਨੇ 17 ਪ੍ਰਮੁੱਖ ਕੈਨੇਡੀਅਨ ਰੀਅਲ ਅਸਟੇਟ ਬਾਜ਼ਾਰਾਂ 'ਚ ਘਰ ਦੀ ਸਮਰੱਥਾ ਦੀ ਖੋਜ ਕੀਤੀ ਤੇ ਪਾਇਆ ਕਿ ਉਹਨਾਂ ਦੇ ਸ਼ਹਿਰ ਲਈ ਔਸਤ ਆਮਦਨ ਕਮਾਉਣ ਵਾਲੇ ਲੋਕ ਇਹਨਾਂ ਵਿੱਚੋਂ 10 ਬਾਜ਼ਾਰ 'ਚ ਔਸਤ ਕੀਮਤ ਟੈਗ ਤੇ ਘਰ ਨਹੀਂ ਲੈ ਸਕਦੇ। ਹਾਲਾਂਕਿ ਖੋਜ ਤੋਂ ਪਤਾ ਚੱਲਦਾ ਹੈ ਕਿ ਖਰੀਦਦਾਰ ਟੋਰਾਂਟੋ, ਵੈਨਕੂਵਰ ਅਤੇ ਓਟਾਵਾ ਵਰਗੇ ਵੱਡੇ ਸ਼ਹਿਰਾਂ ਤੋਂ ਬਾਹਰ ਘਰ ਲੱਭ ਸਕਦੇ ਨੇ। ਜ਼ੋਕਾਸਾ ਦੇ ਅਨੁਸਾਰ ਸੇਂਟ ਜੌਨ NB ਸਭ ਤੋਂ ਵੱਧ ਘਰੇਲੂ ਸਮਰੱਥਾ ਵਾਲੇ ਸ਼ਹਿਰ ਵਜੋਂ ਬਾਹਰ ਖੜਾ ਸੀ। $79,000 ਤੇ ਐਟਲਾਂਟਿਕ ਕੈਨੇਡੀਅਨ ਸ਼ਹਿਰ 'ਚ ਦੂਜੇ ਸੂਚੀਬੱਧ ਬਾਜ਼ਾਰਾਂ ਦੇ ਮੁਕਾਬਲੇ ਔਸਤ ਆਮਦਨ ਘੱਟ ਸੀ, ਪਰ ਸੇਂਟ ਜੌਨ 'ਚ ਇੱਕ ਘਰ ਦੀ ਔਸਤ ਕੀਮਤ $2,91,000 ਦੇ ਰੂਪ 'ਚ ਸੂਚੀਬੱਧ ਕੀਤੀ ਗਈ। ਖੋਜ ਨੇ ਇਹ ਦਿਖਾਇਆ ਕਿ ਸਭ ਤੋਂ ਵੱਧ ਔਸਤ ਆਮਦਨ ਵਾਲੇ ਸ਼ਹਿਰਾਂ 'ਚ ਲੋਕਾਂ ਨੂੰ ਘਰ ਖਰੀਦਣਾ ਵੀ ਮੁਸ਼ਕਲ ਹੋਵੇਗਾ। ਓਟਾਵਾ ਦੀ ਸਭ ਤੋਂ ਵੱਧ ਔਸਤ ਆਮਦਨ $1,06,240 ਸੀ, ਪਰ ਮੌਜੂਦਾ ਔਸਤ ਕੀਮਤ ਤੇ ਸ਼ਹਿਰ 'ਚ ਇੱਕ ਘਰ ਅਜੇ ਵੀ ਪਹੁੰਚ ਤੋਂ ਬਾਹਰ ਹੋ ਸਕਦਾ ਹੈ। ਵਿਕਟੋਰੀਆ ਤੇ ਕੈਲਗਰੀ ਦੂਜੇ ਤੇ ਤੀਜੇ ਸਭ ਤੋਂ ਵੱਧ ਔਸਤ ਆਮਦਨ ਵਾਲੇ ਸ਼ਹਿਰ ਨੇ, ਜਿੱਥੇ ਘਰਾਂ ਦੀਆਂ ਕੀਮਤਾਂ ਦਿਖਾਈਆਂ ਗਈਆਂ ਨੇ ਜੋ ਉਹਨਾਂ ਕਮਾਈ ਕਰਨ ਵਾਲਿਆਂ ਲਈ ਬਹੁਤ ਮਹਿੰਗੀਆਂ ਸਨ। ਔਸਤ ਘਰੇਲੂ ਆਮਦਨ ਸਟੈਟਿਸਟਿਕਸ ਕੈਨੇਡਾ ਤੋਂ ਪ੍ਰਾਪਤ ਕੀਤੀ ਗਈ ਸੀ। ਅਮਰੀਕਾ 'ਚ ਅਚਾਨਕ ਗੜੇਮਾਰੀ ਅਤੇ ਭਾਰੀ ਤੂਫਾਨ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਨਾਲ ਹੀ ਅਮਰੀਕਾ ਦੀਆਂ ਹਜ਼ਾਰਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਸਥਾਨਕ ਮੌਸਮ ਵਿਭਾਗ ਨੇ ਵੀ ਇਸ ਸੰਬੰਧੀ ਅਲਰਟ ਜਾਰੀ ਕਰਕੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਮੌਸਮ ਦੀ ਖਰਾਬੀ ਕਾਰਨ 10 ਲੱਖ ਤੋਂ ਵੱਧ ਲੋਕਾਂ ਦੇ ਘਰਾਂ 'ਚ ਬਿਜਲੀ ਗੁੱਲ ਹੋ ਗਈ। ਰਾਸ਼ਟਰੀ ਮੌਸਮ ਸੇਵਾ ਨੇ ਚੇਤਾਵਨੀ ਦਿੱਤੀ ਹੈ ਕਿ ਨੁਕਸਾਨਦਾਇਕ ਤੇ ਵਿਨਾਸ਼ਕਾਰੀ ਤੂਫਾਨ ਵੱਡਾ ਖਤਰਾ ਹੈ। ਨਾਲ ਹੀ ਗੜੇ ਅਤੇ ਭਾਰੀ ਤੂਫਾਨ ਦੀ ਵੀ ਸੰਭਾਵਨਾ ਹੈ। ਟੈਨੇਸੀ ਤੋਂ ਨਿਊਯਾਰਕ ਤੱਕ 10 ਰਾਜਾਂ ਨੂੰ ਤੂਫਾਨ ਦੀ ਚੇਤਾਵਨੀ ਦਿੱਤੀ ਗਈ ਹੈ। ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਕਿ ਸੋਮਵਾਰ ਦੁਪਹਿਰ ਤੂਫਾਨ ਨਾਲ 20 ਮਿਲੀਅਨ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ। ਹਾਲਾਂਕਿ ਜਿਵੇਂ ਚੇਤਾਵਨੀ ਜਾਰੀ ਕੀਤੀ ਗਈ ਸੀ, ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋਇਆ। ਇੱਕ ਰਿਪੋਰਟ ਦੇ ਮੁਤਾਬਕ ਫਲੋਰੈਂਸ, ਅਲਾਬਾਮਾ 'ਚ ਪੁਲਿਸ ਨੇ ਕਿਹਾ ਕਿ ਇੱਕ 28 ਸਾਲਾ ਵਿਅਕਤੀ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਤੇ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 15 ਸਾਲਾ ਲੜਕੇ ਦੀ ਮੌਤ ਹੋ ਗਈ ਜਦੋਂ ਕਾਰ ਤੋਂ ਬਾਹਰ ਨਿਕਲਦਿਆਂ ਹੀ ਉਸ ਤੇ ਇੱਕ ਦਰਖਤ ਡਿੱਗ ਗਿਆ। ਫਲਾਈਟ ਟਰੈਕਿੰਗ ਸੇਵਾ ਫਲਾਈਟ ਅਵੇਅਰ ਦੇ ਅਨੁਸਾਰ ਸੋਮਵਾਰ ਰਾਤ ਤੱਕ 2600 ਤੋਂ ਵੱਧ US ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਤੇ ਲਗਭਗ 7,900 ਦੇਰੀ ਨਾਲ ਚੱਲ ਰਹੀਆਂ ਨੇ। ਫੀਲਡ ਜੈਕਸਨ ਐਟਲਾਂਟਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਵਾਈਟ ਹਾਊਸ ਨੇ ਰਾਸ਼ਟਰਪਤੀ ਜੋ ਬਾਈਡਨ ਦੀ 4 ਦਿਨ ਦੀ ਯਾਤਰਾ ਲਈ ਰਵਾਨਗੀ ਨੂੰ 90 ਮਿੰਟ ਅੱਗੇ ਵਧਾ ਦਿੱਤਾ। ਵਾਈਟ ਹਾਊਸ ਨੇ ਇੱਕ ਬੈਕ ਟੂ ਸਕੂਲ ਸਾਈਬਰ ਸੁਰੱਖਿਆ ਇਵੈਂਟ ਵੀ ਰੱਦ ਕਰ ਦਿੱਤਾ, ਜਿਸ ਵਿੱਚ ਦੇਸ਼ ਭਰ ਦੇ ਫਸਟ ਲੇਡੀ ਜਿਲ ਬਾਈਡਨ, ਸਿੱਖਿਆ ਸਕੱਤਰ ਮਿਗੂਏਲ ਕਾਰਡੋਨਾ, ਹੋਮਲੈਂਡ ਸਿਕਿਉਰਿਟੀ ਸੈਕਟਰੀ ਅਲੈਗਜ਼ੈਂਡਰੋ ਮੈਕਸਨ ਅਤੇ ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਸਿੱਖਿਆ ਤਕਨਾਲੋਜੀ ਪ੍ਰਦਾਤਾ ਸ਼ਾਮਲ ਹੋਣ ਵਾਲੇ ਸਨ। ਪਾਵਰ ਆਊਟਸ ਮੁਤਾਬਕ ਸ਼ਾਮ ਤੱਕ ਅਲਬਾਮਾ, ਜਾਰਜੀਆ, ਦੱਖਣੀ ਕੈਰੋਲੀਨਾ, ਉੱਤਰੀ ਕੈਰੋਲੀਨਾ, ਮੈਰੀਲੈਂਡ, ਡੈਲਾਵੇਅਰ, ਨਿਊ ਜਰਸੀ, ਪੈਨਸਿਲਵੇਨੀਆ, ਟੈਨੇਸੀ, ਵੈਸਟ ਵਰਜੀਨੀਆ ਅਤੇ ਵਰਜੀਨੀਆ 'ਚ 10 ਲੱਖ ਤੋਂ ਵੱਧ ਲੋਕ ਬਿਜਲੀ ਤੋਂ ਬਿਨਾਂ ਸਨ। ਖਬਰਾਂ ਨੇ ਦੱਸਿਆ ਕਿ ਕਈ ਰਾਜਾਂ 'ਚ ਦਰੱਖਤ ਅਤੇ ਬਿਜਲੀ ਦੀਆਂ ਲਾਈਨਾਂ ਡਿੱਗ ਗਈਆਂ ਨੇ।
ਕੋਲੋਰਾਡੋ ਡਿਪਾਰਟਮੈਂਟ ਆਫ ਹਾਇਰ ਐਜੂਕੇਸ਼ਨ ਨੇ ਜੂਨ 'ਚ ਰੈਂਸਮਵੇਅਰ ਹਮਲੇ ਤੋਂ ਬਾਅਦ ਇੱਕ ਸੰਭਾਵੀ ਡਾਟਾ ਲੀਕ ਹੋਣ ਬਾਰੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਹੈ ਤੇ ਨਾਲ ਹੀ ਵਿਦਿਆਰਥੀਆਂ ਨੂੰ ਸੂਚਿਤ ਇਹ ਵੀ ਕੀਤਾ ਗਿਆ ਕਿ ਉਲੰਘਣਾ ਨੇ 16 ਸਾਲ ਦੀ ਮਿਆਦ 'ਚ ਕਈ ਪ੍ਰੋਗਰਾਮਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਵਿੱਚ ਪਬਲਿਕ ਸਕੂਲ ਅਤੇ ਬਾਲਗ ਸਿੱਖਿਆ ਪਹਿਲਕਦਮੀਆਂ ਸ਼ਾਮਲ ਨੇ। 19 ਜੂਨ ਨੂੰ CDHE ਨੂੰ ਪਤਾ ਲੱਗਾ ਕਿ ਇਹ ਇੱਕ ਸਾਈਬਰ ਸੁਰੱਖਿਆ ਰੈਂਸਮਵੇਅਰ ਘਟਨਾ ਦਾ ਸ਼ਿਕਾਰ ਸੀ, ਜਿਸ ਨੇ ਇਸ ਦੇ ਨੈਟਵਰਕ ਪ੍ਰਣਾਲੀਆਂ ਨੂੰ ਪ੍ਰਭਾਵਿਤ ਕੀਤਾ। ਵਿਭਾਗ ਨੇ ਡੇਟਾ ਘਟਨਾ ਦੇ ਇੱਕ ਨੋਟਿਸ 'ਚ ਬਕਾਇਦਾ ਇਹ ਗੱਲ ਲਿਖੀ ਹੈ। ਹਾਲਾਂਕਿ ਇਹ ਘਟਨਾ ਅਜੇ ਵੀ ਇੱਕ ਚੱਲ ਰਹੀ ਅਪਰਾਧਿਕ ਤੇ ਅੰਦਰੂਨੀ ਜਾਂਚ ਦਾ ਹਿੱਸਾ ਹੈ। CDHE ਜਾਣਦਾ ਹੈ ਕਿ ਇਹ ਇੱਕ ਅਣਅਧਿਕਾਰਤ ਹੈ। 11 ਅਤੇ 19 ਜੂਨ ਦੇ ਵਿਚਕਾਰ CDHE ਸਿਸਟਮਾਂ ਤੱਕ ਪਹੁੰਚ ਕੀਤੀ ਗਈ ਅਤੇ ਇਸ ਸਮੇਂ ਦੌਰਾਨ ਇਹਨਾਂ ਦੇ ਸਿਸਟਮ 'ਚੋਂ ਕੁਝ ਡਾਟਾ ਕਾਪੀ ਵੀ ਕੀਤਾ ਗਿਆ, ਇਸ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਜਾਂਚ ਦੇ ਮੁਤਾਬਕ ਕੁਝ ਪ੍ਰਭਾਵਿਤ ਰਿਕਾਰਡਾਂ 'ਚ ਨਾਮ, ਸਮਾਜਿਕ ਸੁਰੱਖਿਆ ਨੰਬਰ, ਵਿਦਿਆਰਥੀ ਪਛਾਣ ਨੰਬਰ ਅਤੇ ਹੋਰ ਵਿਦਿਅਕ ਰਿਕਾਰਡ ਸ਼ਾਮਲ ਨੇ। ਸਮੀਖਿਆ ਅਜੇ ਤੱਕ ਜਾਰੀ ਹੈ ਤੇ ਵਿਭਾਗ ਨੇ ਕਿਹਾ ਕਿ ਜਿਹੜੇ ਲੋਕ 2007 ਤੋਂ 2020 ਦੇ ਵਿਚਕਾਰ ਰਾਜ 'ਚ ਉੱਚ ਸਿੱਖਿਆ ਦੇ ਇੱਕ ਜਨਤਕ ਅਦਾਰੇ 'ਚ ਗਏ ਸਨ, 2004 ਤੋਂ 2020 ਦੇ ਵਿਚਕਾਰ ਇੱਕ ਕੋਲੋਰਾਡੋ ਪਬਲਿਕ ਹਾਈ ਸਕੂਲ 'ਚ ਪੜ੍ਹੇ, 2010 ਤੋਂ 2014 ਦੇ ਵਿਚਕਾਰ ਕੋਲੋਰਾਡੋ K-12 ਪਬਲਿਕ ਸਕੂਲ ਐਜੂਕੇਟਰ ਲਾਇਸੈਂਸ ਵਾਲੇ ਵਿਅਕਤੀ, 2009 ਤੋਂ 2013 ਤੱਕ ਨਿਰਭਰ ਟਿਊਸ਼ਨ ਸਹਾਇਤਾ ਪ੍ਰੋਗਰਾਮ 'ਚ ਹਿੱਸਾ ਲਿਆ, ਕੋਲੋਰਾਡੋ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਬਾਲਗ ਸਿੱਖਿਆ ਪਹਿਲਕਦਮੀ ਪ੍ਰੋਗਰਾਮਾਂ 'ਚ 2013 ਤੋਂ 2017 ਦੇ ਦਰਮਿਆਨ ਹਿੱਸਾ ਲਿਆ ਜਾਂ 2007 ਤੋਂ 2011 ਦੇ ਵਿਚਕਾਰ ਇੱਕ GED ਪ੍ਰਾਪਤ ਕੀਤਾ, ਇਸ ਘਟਨਾ ਨਾਲ ਪ੍ਰਭਾਵਿਤ ਹੋ ਸਕਦਾ ਹੈ। CDHE ਨੇ ਅੱਗੇ ਇਹ ਵੀ ਕਿਹਾ ਕਿ ਉਹ ਆਪਣੀਆਂ ਨੀਤੀਆਂ ਤੇ ਪ੍ਰਕਿਰਿਆਵਾਂ ਦੀ ਸਮੀਖਿਆ ਕਰ ਰਿਹਾ ਹੈ ਤੇ ਆਪਣੇ ਸਿਸਟਮ ਨੂੰ ਹੋਰ ਸੁਰੱਖਿਅਤ ਕਰਨ ਲਈ ਵਾਧੂ ਸਾਈਬਰ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨ ਲਈ ਕੰਮ ਕਰ ਲਿਆ ਹੈ। ਇਸ ਤੋਂ ਇਲਾਵਾ ਵਿਭਾਗ ਪ੍ਰਭਾਵਿਤ ਵਿਅਕਤੀਆਂ ਨੂੰ 2 ਸਾਲ ਲਈ ਐਕਸਪੀਰੀਅਨ ਰਾਹੀਂ ਕ੍ਰੈਡਿਟ ਨਿਗਰਾਨੀ ਅਤੇ ਪਛਾਣ ਚੋਰੀ ਸੁਰੱਖਿਆ ਸੇਵਾਵਾਂ ਤੱਕ ਮੁਫਤ ਪਹੁੰਚ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਨੇ ਇਹ ਵੀ ਸਿਫਾਰਿਸ਼ ਕੀਤੀ ਹੈ ਕਿ ਪ੍ਰਭਾਵਿਤ ਸਮੂਹ ਸ਼ੱਕੀ ਗਤੀਵਿਧੀ ਲਈ ਆਪਣੇ ਖਾਤੇ ਦੇ ਸਟੇਟਮੈਂਟ ਅਤੇ ਕ੍ਰੈਡਿਟ ਰਿਪੋਰਟਾਂ ਤੇ ਨਜ਼ਰ ਰੱਖਣ। ਜਾਰਜ ਫਲੋਇਡ ਦੇ ਕਤਲ ਦੇ ਮਾਮਲੇ 'ਚ ਮਿਨੀਐਪਲਿਸ ਪੁਲਿਸ ਦੇ ਸਾਬਕਾ ਅਧਿਕਾਰੀ ਟੋਏ ਥਾਓ ਨੂੰ 4 ਸਾਲ 9 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। 25 ਮਈ 2020 ਨੂੰ ਅਮਰੀਕਾ ਦੇ ਮਿਨੀਐਪਲਿਸ ਸ਼ਹਿਰ 'ਚ ਬਲੈਕ ਨਸਲ ਦੇ ਇੱਕ ਵਿਅਕਤੀ ਜਾਰਜ ਫਲੋਇਡ ਨੂੰ ਇੱਕ ਗੋਰੇ ਪੁਲਿਸ ਅਧਿਕਾਰੀ ਡੈਰੇਕ ਸ਼ੌਵਿਨ ਨੇ ਹੱਥਕੜੀ ਲਾ ਕੇ ਜ਼ਮੀਨ ਤੇ ਸੁੱਟ ਦਿੱਤਾ ਸੀ ਅਤੇ ਲਗਾਤਾਰ 9 ਮਿੰਟ ਤੱਕ ਆਪਣੇ ਗੋਡੇ ਨਾਲ ਉਸ ਦੀ ਗਰਦਨ ਨੱਪੀ ਰੱਖੀ, ਜਿਸ ਕਾਰਨ ਫਲੋਇਡ ਦੀ ਮੌਤ ਹੋ ਗਈ ਸੀ। ਟੋਇਓ ਨੇ ਆਪਣੀ ਗਵਾਹੀ 'ਚ ਕਿਹਾ ਸੀ ਕਿ ਉਹ ਇਸ ਘਟਨਾ ਦੌਰਾਨ ਮੌਕੇ ਤੇ ਇਕੱਠੀ ਹੋ ਰਹੀ ਭੀੜ ਨੂੰ ਪਾਸੇ ਰੱਖ ਰਿਹਾ ਸੀ। ਨੇੜਿਓਂ ਲੰਘਦੇ ਲੋਕਾਂ ਵਿੱਚੋਂ ਇੱਕ ਵਿਅਕਤੀ ਨੇ ਬਣਾਈ ਵੀਡੀਓ 'ਚ ਫਲੋਇਡ ਕਹਿੰਦਾ ਸੁਣਿਆ ਗਿਆ ਸੀ, ਮੈਂ ਸਾਹ ਨਹੀਂ ਲੈ ਪਾ ਰਿਹਾ। ਫਲੋਇਡ ਦੀ ਹੱਤਿਆ ਨੇ ਦੁਨੀਆ ਭਰ 'ਚ ਨਸਲਵਾਦ ਖਿਲਾਫ ਇੱਕ ਵੱਡਾ ਅੰਦੋਲਨ ਸ਼ੁਰੂ ਕਰ ਦਿੱਤਾ ਸੀ। ਹੈਨੀਪਿਨ ਕਾਉਂਟੀ ਦੇ ਜੱਜ ਪੀਟਰ ਕਾਹਿਲ ਨੇ ਮਈ 'ਚ ਟਾਓ ਨੂੰ ਦੂਜੇ ਦਰਜੇ ਦੇ ਕਤਲ 'ਚ ਮਦਦ ਕਰਨ ਦਾ ਦੋਸ਼ੀ ਕਰਾਰ ਦਿੱਤਾ ਸੀ। ਜੱਜ ਪੀਟਰ ਨੇ ਕਿਹਾ ਸੀ ਕਿ ਟੋਇਓ ਦੀਆਂ ਕਾਰਵਾਈਆਂ ਨੇ ਸ਼ੌਵਿਨ ਅਤੇ 2 ਹੋਰ ਸਾਬਕਾ ਅਫਸਰਾਂ ਨੂੰ ਭੀੜ ਤੋਂ ਵੱਖ ਕੀਤਾ ਸੀ, ਜਿਸ ਵਿੱਚ ਇੱਕ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਵੀ ਸ਼ਾਮਲ ਸੀ, ਜਿਸ ਨਾਲ ਉਸ ਦੇ ਸਾਥੀਆਂ ਨੇ ਫਲੋਇਡ ਨੂੰ ਨੱਪਣਾ ਜਾਰੀ ਰੱਖਿਆ ਅਤੇ ਰਾਹਗੀਰਾਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਤੋਂ ਰੋਕਿਆ ਗਿਆ। ਜੱਜ ਨੇ ਕਿਹਾ ਕਿ ਟੋਇਓ ਦੀਆਂ ਕਾਰਵਾਈਆਂ ਇਸ ਤੱਥ ਦੇ ਮੱਦੇਨਜ਼ਰ ਹੋਰ ਵੀ ਗੈਰ ਵਾਜਬ ਸਨ ਕਿ ਦੂਸਰੇ ਅਫਸਰਾਂ ਦੁਆਰਾ ਤਾਕਤ ਦੀ ਬਹੁਤ ਜ਼ਿਆਦਾ ਵਰਤੋਂ ਨੂੰ ਰੋਕਣ ਲਈ ਦਖਲ ਦੇਣਾ ਉਸ ਦੀ ਡਿਊਟੀ ਦਾ ਹਿੱਸਾ ਸੀ ਅਤੇ ਉਸ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਸਿਖਲਾਈ ਦਿੱਤੀ ਗਈ ਸੀ। ਟੋਇਓ ਨੇ ਸਰਕਾਰੀ ਦੋਸ਼ਾਂ ਨੂੰ ਕਬੂਲਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਇਕਬਾਲੇ ਜੁਰਮ ਕਰਨਾ ਝੂਠ ਬੋਲਣਾ ਹੋਵੇਗਾ, ਕਿਉਂਕਿ ਉਸ ਨੂੰ ਨਹੀਂ ਲੱਗਦਾ ਕਿ ਉਸਨੇ ਕੁਝ ਗਲਤ ਕੀਤਾ ਸੀ। ਇਸ ਦੇ ਬਜਾਏ ਉਹ ਇਸ ਗੱਲ ਤੇ ਸਹਿਮਤ ਹੋਇਆ ਸੀ ਕਿ ਜੱਜ ਕਾਹਿਲ ਸ਼ੌਵਿਨ ਦੇ 2021 ਦੇ ਕਤਲ ਦੇ ਮੁਕੱਦਮੇ ਅਤੇ ਟੋਇਓ ਤੇ ਸਾਬਕਾ ਪੁਲਿਸ ਅਫਸਰਾਂ ਥਾਮਸ ਲੇਨ ਤੇ ਜੇ ਅਲੈਗਜ਼ੈਂਡਰ ਕਿਊਂਗ ਖਿਲਾਫ 2022 ਦੇ ਫੈਡਰਲ ਸਿਵਲ ਅਧਿਕਾਰਾਂ ਦੇ ਮੁਕੱਦਮੇ ਦੇ ਸਬੂਤਾਂ ਦੇ ਆਧਾਰ ਤੇ ਇਸ ਮਾਮਲੇ ਦਾ ਫੈਸਲਾ ਕਰੇ। ਫੈਡਰਲ ਅਦਾਲਤ 'ਚ ਚੱਲੇ ਉਸ ਮੁਕੱਦਮੇ 'ਚ 3 ਅਫਸਰਾਂ ਨੂੰ ਦੋਸ਼ੀ ਪਾਇਆ ਗਿਆ ਸੀ। ਸ਼ੌਵਿਨ ਨੇ ਦੂਜੀ ਵਾਰ ਮੁਕੱਦਮੇ ਤੇ ਜਾਣ ਦੀ ਬਜਾਏ ਫੈਡਰਲ ਸਿਵਲ ਅਧਿਕਾਰਾਂ ਦੇ ਦੋਸ਼ਾਂ ਨੂੰ ਕਬੂਲ ਕਰ ਲਿਆ ਸੀ, ਜਦਕਿ ਲੇਨ ਅਤੇ ਕਿਊਂਗ ਨੇ ਕਤਲ 'ਚ ਮਦਦ ਅਤੇ ਉਕਸਾਉਣ ਦੇ ਦੋਸ਼ਾਂ 'ਚ ਇਕਬਾਲੇ ਜੁਰਮ ਕੀਤਾ ਸੀ। ਡੈਰੇਕ ਸ਼ੌਵਿਨ ਨੂੰ ਫੈਡਰਲ ਅਦਾਲਤ ਨੇ 21 ਸਾਲ ਦੀ ਸਜ਼ਾ ਸੁਣਾਈ ਸੀ।
ਸੋਮਵਾਰ ਨੂੰ ਕਾਹਿਲ ਵੱਲੋਂ ਸੁਣਾਇਆ ਗਿਆ ਫੈਸਲਾ ਟੋ ਦੀ ਇੱਕ ਵੱਖਰੀ 3.5 ਸਾਲ ਦੀ ਸਜ਼ਾ ਦੇ ਫੈਸਲੇ ਦੇ ਸਮੇਂ ਕਾਲ ਨੂੰ ਸ਼ਾਮਲ ਕਰੇਗਾ। ਮੈਨੀਸੋਟਾ ਸੂਬੇ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਉਸ ਨੂੰ 4 ਸਾਲ ਤੋਂ ਵੱਧ ਦੀ ਸਜ਼ਾ ਦੀ ਸਿਫਾਰਿਸ਼ ਕੀਤੀ ਗਈ ਸੀ। ਲੇਨ ਅਤੇ ਕਿਉਂਗ ਨੂੰ ਕ੍ਰਮਵਾਰ 3 ਅਤੇ 3.5 ਸਾਲ ਦੀ ਸਜ਼ਾ ਮਿਲੀ ਹੋਈ ਹੈ ਤੇ ਉਹ ਇਸ ਸਮੇਂ ਜੇਲ੍ਹ 'ਚ ਸਜ਼ਾ ਕੱਟ ਰਹੇ ਨੇ। ਟੋਇਓ ਇੱਕ ਹਮੋਂਗ ਮੂਲ ਦਾ ਅਮਰੀਕਨ ਹੈ, ਕਿਉਂਗ ਇੱਕ ਬਲੈਕ ਵਿਅਕਤੀ ਹੈ ਤੇ ਲੇਨ ਗੋਰਾ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ। ਓਨਟਾਰੀਓ ਦੇ ਕਾਲਜ ਨੇ ਸਤੰਬਰ ਸੈਸ਼ਨ ਲਈ ਵਿਦਿਆਰਥੀ ਲੈਣ ਤੋਂ ਕੀਤਾ ਇਨਕਾਰ। ਜ਼ਿਆਦਾਤਰ ਵਿਦਿਆਰਥੀ ਪੰਜਾਬ ਦੇ। ਸਿੱਖ ਜਥੇਬੰਦੀਆਂ ਨੇ ਓਨਟਾਰੀਓ ਦੇ ਕਾਲਜ ਅਤੇ ਯੂਨੀਵਰਸਿਟੀਜ਼ ਮੰਤਰੀ ਜੇਨ ਡਨਲੈਪ ਨੂੰ ਲਿਖਿਆ ਪੱਤਰ। ਰੈਜ਼ੀਡੈਂਸ਼ੀਅਲ ਸਕੂਲਾਂ ਦੇ ਨਜ਼ਦੀਕ ਮੂਲ ਨਿਵਾਸੀ ਬੱਚਿਆਂ ਦੀਆਂ ਬੇਨਿਸ਼ਾਨ ਕਬਰਾਂ ਦੀ ਭਾਲ 'ਚ ਫੋਰੈਂਸਿਕ ਮਾਨਵ ਵਿਗਿਆਨ ਸਮੂਹ ਨੇ ਮਦਦ ਦਾ ਹੱਥ ਵਧਾਇਆ। ਗੁਆਟੇਮਾਲਨ ਫੋਰੈਂਸਿਕ ਐਂਥਰੋਪੋਲੋਜੀ ਫਾਊਂਡੇਸ਼ਨ ਕਰੀਬ 30 ਸਾਲ ਤੋਂ ਲਾਪਤਾ ਮਾਇਆ ਮੂਲ ਨਿਵਾਸੀਆਂ ਦੇ ਅਵਸ਼ੇਸ਼ ਲੱਭਣ ਦਾ ਕਰ ਰਹੇ ਨੇ ਕਾਰਜ। ਮਲੋਟ ਸ਼ਹਿਰ ਦੇ ਨੌਜਵਾਨ ਮਨਮੀਤ ਸਿੰਘ ਦੀ ਕੈਨੇਡਾ 'ਚ ਮੌਤ। 1.5 ਸਾਲ ਪਹਿਲਾਂ ਵਰਕ ਪਰਮਿਟ ਤੇ ਆਇਆ ਸੀ ਕੈਨੇਡਾ। ਵਾਰਸਾਂ ਨੇ ਮ੍ਰਿਤਕ ਦੇਹ ਨੂੰ ਭਾਰਤ ਪਹੁੰਚਾਉਣ ਲਈ ਲਾਈ ਮਦਦ ਦੀ ਗੁਹਾਰ। ਕੋਵਿਡ-19 ਦਾ ਨਵਾਂ ਵੇਰੀਐਂਟ EG5 ਆਇਆ ਸਾਹਮਣੇ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ EG5 ਨੂੰ ਆਪਣੀ ਤਾਜ਼ਾ ਸਰਕੂਲੇਟ ਹੋ ਰਹੇ ਵੇਰੀਐਂਟ ਦੀ ਲਿਸਟ 'ਚ ਕੀਤਾ ਸ਼ਾਮਲ।